ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਕੱਲ੍ਹ ਕਰੋਨਾ ਦਾ ਦੌਰ ਚੱਲ ਰਿਹਾ ਹੈ। ਅਸੀਂ ਬੜੇ ਹੀ ਖੁਸ਼ਕਿਸਮਤ ਹਾਂ, ਪਰਮਾਤਮਾ ਦੀ ਮਿਹਰ ਰਹੀ ਹੈ ਕਿ ਸਾਡੇ ਜ਼ਿਲ੍ਹੇ ਵਿੱਚ ਹੁਣ ਤੱਕ 46 ਪੋਜ਼ੀਟਿਵ ਕੇਸਿਸ ਆਏ ਸੀਗੇ, 46 ਕੇਸਿਸ, ਜਿਹਦੇ ਵਿੱਚੋਂ 44 ਪਰਸਨ ਜਿਹੜੇ ਹੈਗੇ ਆ ਉਹ ਠੀਕ ਹੋ ਕਰਕੇ ਆਪਦੇ ਘਰਾਂ 'ਚ ਜਾ ਚੁੱਕੇ ਆਲਰੇਡੀ। 2 ਕੇਸਿਸ ਜਿਹੜੇ ਹੈਗੇ ਆ ਉਹ ਰੀਸੈਂਟਲੀ 2 ਦਿਨ ਪਹਿਲਾਂ ਹੀ ਆਏ ਨੇ ਐਂਡ ਉਹ ਵੀ ਸਾਨੂੰ ਉਮੀਦ ਹੈ ਵੀ ਛੇਤੀ ਠੀਕ ਹੋ ਕਰਕੇ ਉਹ ਆਪਦੇ ਘਰਾਂ ਚਲੇ ਜਾਣਗੇ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਅੱਜ 2 ਜੂਨ ਹੋ ਗਈ ਹੈ ਔਰ ਗਵਰਨਮੈਂਟ ਆਫ ਇੰਡੀਆ ਵੱਲੋਂ, ਪੰਜਾਬ ਸਰਕਾਰ ਵੱਲੋਂ ਫਰਦਰ ਹੁਕਮ ਕੀਤੇ ਗਏ ਆ ਔਰ ਇਹ ਲੋਕਡਾਊਨ ਪੀਰੀਅਡ ਜਿਹੜਾ ਹੈਗਾ ਇਹ ਜੂਨ 30 ਤੱਕ ਵਧਾਇਆ ਗਿਆ। ਇਹਦੇ ਸਮਾਂ ਜਿਹੜਾ ਹੈਗਾ ਸਰਕਾਰ ਵੱਲੋਂ ਨਿਰਧਾਰਿਤ ਕੀਤਾ ਗਿਆ ਰਾਤ ਦਾ ਸਮਾਂ, ਉਸ ਦੇ ਮੁਤਾਬਕ ਜਿਹੜਾ ਹੈਗਾ ਸੰਬੰਧਿਤ ਆਰਡਰ ਜਿਹੜੇ ਇਸ਼ੂ ਕੀਤੇ ਗਏ ਹੈ ਔਰ ਮੈਂ ਖਾਸ ਤੌਰ 'ਤੇ ਤੁਹਾਡੇ ਰਾਹੀਂ ਸਮੂਹ ਇਲਾਕਾ ਨਿਵਾਸੀਆਂ ਨੂੰ, ਸਾਡੇ ਇਲਾਕੇ ਦੀ ਜਨਤਾ ਨੂੰ ਮੈਂ ਬੇਨਤੀ ਕਰਦਾ, ਰਿਕੁਐਸਟ ਕਰਦਾ ਕਿ ਹਾਲਾਂਕਿ ਪਰਮਾਤਮਾ ਦੀ ਬਹੁਤ ਵੱਡੀ ਕਿਰਪਾ ਹੈ ਕਿ ਸਾਡਾ ਏਰੀਆ ਜਿਹੜਾ ਕਰੋਨਾ ਤੋਂ ਬਹੁਤ ਹੱਦ ਤੱਕ ਬਚਿਆ ਹੋਇਆ ਹੈ ਔਰ ਅਸੀਂ ਗ੍ਰੀਨ ਜ਼ੋਨ 'ਚ ਹਜੇ ਹੈਗੇ ਹਾਂ। ਬਾਕੀ ਕਾਫੀ ਹਲਕੇ ਹੋਰਨਾਂ ਸਟੇਟਸ ਦੇ ਵਿੱਚ ਹੈਗੇ ਨੇ ਜਿੱਥੇ ਕਿ ਕਰੋਨਾ ਬਹੁਤ ਜ਼ਿਆਦਾ ਹਜੇ ਹੈਗਾ ਔਰ ਬੜਾ ਫੈਲ ਵੀ ਰਿਹਾ ਹੈ ਕੁਝ ਸਟੇਟਸ ਦੇ ਵਿੱਚ। ਇਹੀ ਚੀਜ਼ਾਂ ਨੂੰ ਦੇਖਦੇ ਹੋਏ ਮੈਂ ਖਾਸ ਤੌਰ 'ਤੇ ਆਪਦੇ ਇਲਾਕਾ ਨਿਵਾਸੀਆਂ ਨੂੰ, ਜ਼ਿਲ੍ਹਾ ਫਾਜ਼ਿਲਕਾ ਅਤੇ ਪੰਜਾਬ ਵਾਸੀਆਂ ਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਚਾਹੇ ਅੱਜ ਦੀ ਡੇਟ ਵਿੱਚ ਸਾਡੇ ਜ਼ਿਲ੍ਹੇ 'ਚ ਕਰੋਨਾ ਸੰਬੰਧੀ ਸਾਡੀ ਸਥਿਤੀ ਬਹੁਤ ਅੱਛੀ ਹੈ, ਅਸੀਂ ਖੁਸ਼ਹਾਲ ਹਾਂ, ਤੰਦਰੁਸਤ ਹਾਂ, ਕਰੋਨਾ ਨੂੰ ਸਾਰੇ ਜਣੇ ਰਲ ਮਿਲ ਕੇ ਫਾਈਟ ਕਰ ਰਹੇ ਹਾਂ। ਐਡਮਿਨਿਸਟ੍ਰੇਸ਼ਨ ਸਹਿਯੋਗ ਦੇ ਰਹੀ ਹੈ, ਹਰ ਇੱਕ ਪੱਖੋਂ ਐਡਮਿਨਿਸਟ੍ਰੇਸ਼ਨ ਆਪਦੀ ਡਿਊਟੀ ਨਿਭਾ ਰਹੀ ਹੈ, ਸਾਰੇ ਡਿਪਾਰਟਮੈਂਟਸ ਲੱਗੇ ਹੋਏ ਨੇ ਬੜੇ ਜ਼ੋਰ ਨਾਲ, ਬੜੀ ਮਿਹਨਤ ਕਰਦੇ ਰਹੇ ਪਿਛਲੇ 2.5 ਮਹੀਨੇ ਦੌਰਾਨ ਔਰ ਮਿਹਨਤ ਸਦਕਾ ਸਾਨੂੰ ਕਾਮਯਾਬੀ ਮਿਲੀ ਹੈ। ਬਾਕੀ ਸਭ ਤੋਂ ਵੱਡੀ ਗੱਲ ਹੈ ਕਿ ਪਰਮਾਤਮਾ ਦੀ ਕਿਰਪਾ ਵੀ ਰਹੀ ਹੈ ਹੁਣ ਤੱਕ, ਜਿਹਦੇ ਨਾਲ ਅਸੀਂ ਸਾਰੇ ਬਚੇ ਹੋਏ ਹਾਂ ਕਰੋਨਾ ਤੋਂ। ਔਰ ਮੈਂ ਇਹ ਬੇਨਤੀ ਕਰਦਾ ਕਿ ਇਸ ਚੀਜ਼ ਨੂੰ ਸਾਡੇ ਇਲਾਕਾ ਨਿਵਾਸੀ ਹਲਕੇ ਵਿੱਚ ਨਾ ਲੈਣ, ਆਉਣ ਵਾਲੇ ਸਮੇਂ ਵਾਸਤੇ ਇਹਨੂੰ ਲਾਈਟਲੀ ਨਾ ਲੈਣ। ਆਉਣ ਵਾਲੇ ਸਮੇਂ ਵਾਸਤੇ, ਆਉਣ ਵਾਲੇ ਸਮੇਂ ਵਾਸਤੇ ਸਾਨੂੰ ਹੋਰ ਵੀ ਜ਼ਿਆਦਾ ਸੁਚੇਤ ਹੋਣ ਦੀ ਲੋੜ ਹੈ ਕਿਉਂਕਿ ਹੁਣ ਤੱਕ ਦਾ ਪੀਰੀਅਡ ਲੋਕਡਾਊਨ ਦਾ ਸੀਗਾ, ਜਿਹੜਾ ਹੁਣ ਤੱਕ ਸਮਾਂ ਬੀਤਿਆ ਉਹਦੇ 'ਚ ਕਾਫੀ ਰਿਸਟ੍ਰਿਕਸ਼ਨਸ ਸੀਗੀਆਂ, ਜਿਸ ਵਜ੍ਹਾ ਕਰਕੇ ਆਪਾਂ ਕਾਫੀ ਸਮਾਂ ਘਰੇ ਬਿਤਾਇਆ। ਐਸੈਂਸ਼ੀਅਲ ਕਮੋਡਿਟੀਜ਼ ਦੇ ਸੰਬੰਧ 'ਚ ਸਰਵਿਸਿਜ਼ ਦਿੱਤੀਆਂ ਗਈਆਂ ਪਬਲਿਕ ਨੂੰ, ਉਹਦੇ ਵਿੱਚ ਲਿਮਟਿਡ ਬੰਦੇ ਹੀ ਬਾਹਰ ਆਉਂਦੇ ਸੀ, ਆਪਦੀ ਦੁਕਾਨਾਂ ਦੇ ਵਿੱਚ ਆ ਕਰਕੇ ਐਸੈਂਸ਼ੀਅਲ ਕਮੋਡਿਟੀਜ਼ ਸਪਲਾਈ ਕਰਦੇ ਸੀਗੇ ਔਰ ਆਮ ਪਬਲਿਕ ਨਹੀਂ ਸੀ ਬਾਹਰ ਆਉਂਦੀ, ਨਾ ਹੀ ਉਹਨਾਂ ਨੂੰ ਇਜਾਜ਼ਤ ਸੀਗੀ। ਹੁਣ ਕਿਉਂ ਜੋ ਵੱਖ-ਵੱਖ ਜੋ ਸਮਾਂ ਸਰਕਾਰ ਨੇ ਦਿੱਤਾ ਹੈ ਔਰ ਢਿੱਲ ਮਿਲੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ, ਰਾਤ ਦਾ ਲੋਕਡਾਊਨ ਤਾਂ ਹਜੇ ਕੰਟੀਨਿਊ ਹੈਗਾ ਔਰ ਪਰ ਫਿਰ ਵੀ ਦਿਨ ਭਰ ਦੇ ਵਿੱਚ ਬਹੁਤ ਟਾਈਮ ਹੁੰਦਾ ਹੈ, ਪਬਲਿਕ ਬਹੁਤ ਤੋਰਾ ਫੇਰਾ ਕਰਦੀ ਹੈ। ਸੋ ਇਸ ਸਮੇਂ ਦੌਰਾਨ ਬਹੁਤ ਹੀ ਸੁਚੇਤ ਰਹਿਣ ਦੀ ਲੋੜ ਹੈ। ਸਾਰੇ ਆਪਣੇ ਮਾਸਕ ਪਾ ਕੇ ਰੱਖਣ, ਸਾਰੇ ਜਾਣੇ ਆਪਣੇ ਸਮੇਂ-ਸਮੇਂ 'ਤੇ ਹੱਥ ਧੋਣ ਜਾਂ ਸੈਨੀਟਾਈਜ਼ਰ ਵਰਤਣ। ਆਂਢ ਗੁਆਂਢ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਕੋਈ ਬੰਦਾ ਬਿਮਾਰ ਹੈ
ਉਹਦੀ ਇਮੀਡੀਏਟ ਸੂਚਨਾ ਮੈਡੀਕਲ ਸਰਵਿਸਿਜ਼ ਨੂੰ, ਹੈਲਥ ਸਰਵਿਸਿਜ਼ ਨੂੰ ਦੇਣ। ਜੇ ਕੋਈ ਬੰਦਾ ਬਾਹਰੋਂ ਆਇਆ, ਕਿਸੇ ਹੋਰ ਸਟੇਟ 'ਚੋਂ, ਕਿਸੇ ਹੋਰ ਕੰਟਰੀ 'ਚੋਂ, ਕਿਸੇ ਹੋਰ ਜ਼ਿਲ੍ਹੇ 'ਚੋਂ, ਬੜੇ ਲੰਮੇ ਸਮੇਂ ਬਾਅਦ ਬਾਹਰੋਂ ਆਇਆ, ਉਹਦੀ ਵੀ ਜਾਣਕਾਰੀ ਤੁਰੰਤ ਜਿਹੜੀ ਹੈ ਹੈਲਥ ਸਰਵਿਸ ਨੂੰ ਦਿੱਤੀ ਜਾਵੇ, ਸੈਕਟਰ ਆਫਿਸਰਸ ਨੂੰ ਦਿੱਤੀ ਜਾਵੇ ਜਿਹੜੇ ਸਾਡੇ ਇਲਾਕੇ 'ਚ ਆਲਰੇਡੀ ਬਣੇ ਹੋਏ ਨੇ। ਜੇਕਰ ਬੰਦਾ ਕੋਈ ਰਿਸ਼ਤੇਦਾਰ ਮਿਲਣ ਆਇਆ, ਕੋਈ ਭੈਣ ਭਾਈ ਮਿਲਣ ਆਇਆ ਕਿਸੇ ਨੂੰ, ਉਹਦੇ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਉਹਦੀ ਮੈਡੀਕਲ ਸਕਰੀਨਿੰਗ ਹੋ ਸਕੇ, ਉਹਦੀ ਚੈੱਕਅਪ ਹੋ ਸਕੇ। ਪਰਮਾਤਮਾ ਨਾ ਕਰੇ ਕੋਈ ਇਹੋ ਜਿਹਾ ਕੇਸ ਕੋਈ ਬਾਹਰੋਂ ਆ ਕਰਕੇ ਆਪਣੇ ਇਹ ਨਾ ਹੋਏ ਵੀ ਆਪਾਂ ਸਾਰਿਆਂ ਨੂੰ ਉਹ ਇਨਫੈਕਟ ਕਰ ਜਾਵੇ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ, ਜਿਹੜੇ ਇਹ 46 ਕੇਸਿਸ ਹੁਣ ਤੱਕ ਸਾਡੇ ਜ਼ਿਲ੍ਹੇ ਵਿੱਚ ਆਏ ਵੀ ਸੀਗੇ ਹੁਣ ਤੱਕ, ਇਹ ਵੀ ਬਾਹਰੋਂ ਇਨਫੈਕਸ਼ਨਸ ਹੋਰ ਸਟੇਟਸ ਦੀਆਂ ਸੀਗੀਆਂ, ਸਿਵਾਏ ਇੱਕ ਕੇਸ ਨੂੰ ਛੱਡ ਕੇ। ਇਹ ਬਾਹਰਲੀ ਇਨਫੈਕਸ਼ਨਸ ਜਿਹੜੇ ਹੈਗੇ ਆ ਉੱਧਰੋਂ ਆਈਆਂ ਔਰ ਫਿਰ ਇੱਥੇ ਬੰਦੇ ਵਾਪਸ ਆਪਣੇ ਸਟੇਟ 'ਚ ਆਏ, ਆਪਣੇ ਜ਼ਿਲ੍ਹੇ 'ਚ ਆਏ। ਸੋ ਇਸ ਕਿਸਮ ਦੇ ਕੇਸਿਸ ਜ਼ਿਆਦਾਤਰ ਸਾਨੂੰ ਦੇਖਣ ਨੂੰ ਮਿਲੇ ਆ। ਸੋ ਇਸ ਕਰਕੇ ਮੇਰੀ ਇਹੀ ਰਿਕੁਐਸਟ ਹੈ ਵਾਰ-ਵਾਰ ਵੀ ਆਪਾਂ ਪਿਛਲੇ 2-2.5 ਮਹੀਨੇ ਦਾ ਸਮਾਂ ਆਪਾਂ ਬੜਾ ਰਲ ਮਿਲ ਕੇ ਸਾਰਿਆਂ ਨੇ, ਪਬਲਿਕ ਦਾ ਸਾਥ ਰਿਹਾ, ਐਡਮਿਨਿਸਟ੍ਰੇਸ਼ਨ ਨੇ ਪੂਰਾ ਜ਼ੋਰ ਲਾਇਆ ਲੋਕਡਾਊਨ ਇੰਪਲੀਮੈਂਟ ਕਰਨ ਵਾਸਤੇ, ਕਰਫਿਊ ਲਾਇਆ, ਪ੍ਰੈਸ ਨੇ ਸਹਿਯੋਗ ਦਿੱਤਾ, ਸਾਡੀ ਸਾਰੀ ਡਾਇਰੈਕਸ਼ਨਸ ਦੇ ਸੰਬੰਧ 'ਚ ਜਾਣਕਾਰੀ ਪਬਲਿਕ ਨੂੰ ਵੱਖ-ਵੱਖ ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ, ਟੀਵੀ ਵਗੈਰਾ ਵਗੈਰਾ ਸਾਰੇ ਅਦਾਰਿਆਂ ਰਾਹੀਂ ਮਤਲਬ ਇਸ ਦੀ ਜਾਣਕਾਰੀ ਪਬਲਿਕ ਨੂੰ ਮਿਲਦੀ ਰਹੀ ਹੈ। ਸੋ ਇਹ 2-2.5 ਮਹੀਨੇ ਜਿਹੜਾ ਆਪਾਂ ਸਮਾਂ ਬੜੇ ਹੀ ਤਰੀਕੇ ਨਾਲ ਇਸ ਸਮੇਂ ਨੂੰ, ਇਸ ਔਖੀ ਘੜੀ ਦੇ ਵਿੱਚੋਂ ਆਪਾਂ ਲੰਘੇ ਹਾਂ। ਇਸ ਸਮੇਂ ਦੌਰਾਨ ਆਪਣੇ ਪ੍ਰੋਕਿਊਰਮੈਂਟ ਸੀਜ਼ਨ ਵੀ ਚੱਲਦਾ ਰਿਹਾ ਕਣਕ ਦਾ। ਕਣਕ ਦੀ ਪ੍ਰੋਕਿਊਰਮੈਂਟ ਵੀ ਹੈ, ਉਹਦੇ 'ਚ ਵੀ ਅਸੀਂ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਬੜੇ ਵੰਡ ਕੇ ਤਰੀਕੇ ਨਾਲ ਮੰਡੀਆਂ ਦੇ ਵਿੱਚ ਜ਼ਿਮੀਂਦਾਰਾਂ ਨੂੰ ਆੜ੍ਹਤੀਆਂ ਰਾਹੀਂ ਪਾਸ ਦਿੱਤੇ ਗਏ। ਵੰਡ ਕੇ ਕਣਕ ਜਿਹੜੀ ਹੈ ਟਰਾਲੀਆਂ ਰਾਹੀਂ ਮੰਡੀਆਂ 'ਚ ਆਈਆਂ ਔਰ ਭੀੜ ਨਹੀਂ ਹੋਈ, ਔਰ ਬਲਕਿ ਬੜੇ ਹੀ ਸਕੈਟਰਡ ਤਰੀਕੇ ਨਾਲ, ਸੋਹਣੇ ਤਰੀਕੇ ਨਾਲ ਜਿਹੜੀ ਸਾਰੀ ਪ੍ਰੋਕਿਊਰਮੈਂਟ ਜਿਹੜੀ ਹੈ ਉਹ ਹੋਈ ਹੈ ਸਰਕਾਰ ਦੀਆਂ ਹਦਾਇਤਾਂ ਮੁਤਾਬਕ। ਇੰਨਾ ਕਾਰੋਬਾਰ ਚੱਲਿਆ ਪਿਛਲੇ 1.5 ਮਹੀਨੇ ਤੋਂ ਕਣਕ ਦੇ ਸੰਬੰਧ 'ਚ, ਬੜੇ ਤਰੀਕੇਵਾਰ ਕੰਮ ਹੋਇਆ ਔਰ ਇੰਨਾ ਸਾਰਾ ਕੁਛ ਕਾਰੋਬਾਰ ਕਰਾਉਣ ਦੇ ਬਾਵਜੂਦ ਵੀ ਆਪਣਾ ਜ਼ਿਲ੍ਹਾ ਜਿਹੜਾ ਹੁਣ ਤੱਕ ਸੇਫ ਰਿਹਾ ਪਰਮਾਤਮਾ ਦੀ ਕਿਰਪਾ ਨਾਲ। ਸੋ ਸਾਡੀ ਇਹੀ ਅਪੀਲ ਹੈ ਕਿ ਸਾਰੇ ਹਦਾਇਤਾਂ ਸਰਕਾਰ ਦੀਆਂ ਮੰਨਣ ਔਰ ਹੁਣ ਵੀ ਅਲਰਟ ਰਹਿਣ, ਆਉਣ ਵਾਲੇ ਸਮੇਂ ਵਾਸਤੇ ਵੀ ਅਲਰਟ ਰਹਿਣ, ਹੋਰਨਾਂ ਲੋਕਾਂ ਨੂੰ ਵੀ, ਆਲੇ ਦੁਆਲੇ ਦੇ ਨੂੰ ਵੀ ਜਾਣੂ ਕਰਵਾਉਣ। ਜੇ ਕੋਈ ਬੰਦੇ ਕੋਈ ਘੱਟ ਪੜ੍ਹੇ ਲਿਖੇ ਹੈ, ਉਹਨਾਂ ਨੂੰ ਆਪਣੀ ਇੱਕ ਸੋਸ਼ਲ ਡਿਊਟੀ ਬਣਦੀ ਹੈ, ਆਪਾਂ ਆਂਢ ਗੁਆਂਢ ਜਿੱਥੇ ਕਿਤੇ ਵੀ ਰਹਿੰਦੇ ਹਾਂ, ਗਲੀ ਮੁਹੱਲੇ 'ਚ ਵੀ ਆਪਾਂ ਆਂਢੀਆਂ ਗੁਆਂਢੀਆਂ ਦੀ ਸੋਸ਼ਲ ਡਿਊਟੀ ਹੋਣ ਦੇ ਨਾਤੇ ਉਹਨਾਂ ਨੂੰ ਜਾਣਕਾਰੀ ਦਿੰਦੇ ਰਹੀਏ, ਬੱਚਿਆਂ ਨੂੰ ਸਮਝਾਉਂਦੇ ਰਹੀਏ। ਗਲਤੀ ਨਾਲ ਬੱਚੇ ਵੀ ਉਹ ਮਤਲਬ ਇਸ ਗੱਲ ਦੀ ਜਿਹੜੀ ਹੈ ਉਲੰਘਣਾ ਨਾ ਕਰਨ, ਸਾਰੇ ਮਾਸਕ ਪਾ ਕੇ ਰੱਖਣ, ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨ ਸਰਕਾਰ ਦੀਆਂ ਹਦਾਇਤਾਂ ਮੁਤਾਬਕ। ਸੋ ਇਸੇ ਤਰ੍ਹਾਂ ਜੇ ਕੋਈ ਬੰਦਾ ਕੋਈ ਸਸਪੈਕਟਡ ਵੀ ਹੈਗਾ ਤਾਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਉਹਨੂੰ ਕੁਆਰੰਟਾਈਨ ਕਰਨ ਦੀ ਲੋੜ ਹੈ। ਜੇ ਕੋਈ ਬੰਦਾ ਬਾਹਰੋਂ ਆਉਂਦਾ ਹੈ, ਕਿਸੇ ਹੋਰ ਕੰਟਰੀ ਤੋਂ ਆਉਂਦਾ ਤਾਂ ਉਹਨੂੰ ਗਵਰਨਮੈਂਟ ਕੁਆਰੰਟਾਈਨ ਮਿਨੀਮਮ 1 ਹਫ਼ਤੇ ਵਾਸਤੇ ਕਰਨਾ ਹੁੰਦਾ, ਫਿਰ ਸੈਕੰਡ ਵੀਕ ਉਹ ਆਪਦਾ ਹੋਮ ਕੁਆਰੰਟਾਈਨ ਹੋ ਸਕਦਾ ਜੇਕਰ ਉਹ ਨੈਗੇਟਿਵ ਨਿਕਲਦਾ ਤਾਂ, ਹੈ ਨਾ। ਸੋ ਇਹ ਇੰਸਟਰਕਸ਼ਨਸ ਹੈਗੀਆਂ ਡਿਟੇਲ, ਇਸ ਸਮੇਂ 'ਚ ਹੈਲਥ ਡਿਪਾਰਟਮੈਂਟ ਵੱਲੋਂ ਇਹ ਸਰਕੂਲੇਟ ਕੀਤੀਆਂ ਜਾਂਦੀਆਂ, ਆਪ ਜੀ ਰਾਹੀਂ ਵੀ ਕੀਤੀਆਂ ਜਾਂਦੀਆਂ, ਆਫਿਸਰਸ ਰਾਹੀਂ ਵੀ ਕੀਤੀਆਂ ਜਾਂਦੀਆਂ, ਪਿੰਡਾਂ ਵਿੱਚ ਵੀ ਸਰਕੂਲੇਟ ਹੁੰਦੀਆਂ, ਗੁਰਦੁਆਰਿਆਂ ਦੇ ਵਿੱਚ ਵੀ ਸਪੀਕਰਾਂ ਰਾਹੀਂ ਵੀ ਇਸ ਤਰ੍ਹਾਂ ਦੀ ਜਾਣਕਾਰੀ ਜਿਹੜੀ ਹੈ ਹੈਲਥ ਡਿਪਾਰਟਮੈਂਟ ਵੱਲੋਂ ਉਹ ਅਸੀਂ ਸਰਕੂਲੇਟ ਕਰਵਾਉਂਦੇ ਹਾਂ। ਅੱਛਾ, ਇਸ ਤੋਂ ਇਲਾਵਾ ਜਿਹੜੀ ਸੈਂਪਲਿੰਗ ਹੈਗੀ ਹੈ, ਕੋਈ ਡਾਕਟਰਸ ਦੇ ਕਹਿਣ ਮੁਤਾਬਕ ਕੋਈ ਸੈਂਪਲਸ ਲੈਣੇ ਹੈ ਜਾਂ ਅੱਗੋਂ ਫਿਰ ਕੰਟੈਕਟ ਟਰੇਸਿੰਗ ਵੀ ਕਰਨੀ ਹੈ, ਉਹ ਵੀ ਅਸੀਂ ਕਰਵਾ ਰਹੇ ਹੈਗੇ ਹਾਂ, ਡਾਕਟਰਸ ਕਰ ਰਹੇ ਹੈਗੇ ਆ। ਉਸ ਦੇ ਸੰਬੰਧ 'ਚ ਤੁਸੀਂ ਵੀ ਇਨਫੋਰਮੇਸ਼ਨ ਜਿਹੜੀ ਹੈ ਪਬਲਿਕ ਸਾਨੂੰ ਦੇਵੇ। ਕੋਈ ਬੰਦਾ ਕਿਸੇ ਦੇ ਪੋਜ਼ੀਟਿਵ ਬੰਦਾ ਬਾਈ ਚਾਂਸ ਕੋਈ ਹੋਵੇ ਜਾਂ ਸਸਪੈਕਟਡ ਹੋਵੇ ਪੋਜ਼ੀਟਿਵ, ਫਰਦਰ ਕਿਸੇ ਦੇ ਕੰਟੈਕਟ 'ਚ ਆਇਆ ਤਾਂ ਉਹ ਜ਼ਰੂਰ ਜਾਣਕਾਰੀ ਦੇਵੇ ਤਾਂ ਕਿ ਉਹਦੀ ਇਮੀਡੀਏਟ ਹੈਲਥ ਚੈੱਕਅਪ ਹੋ ਸਕੇ, ਉਹਦੀ ਸੈਂਪਲਿੰਗ ਹੋ ਸਕੇ। ਜਿਹੜੇ ਇਸ ਗੱਲ ਨੂੰ ਵਾਇਓਲੇਟ ਕਰਦੇ ਆ ਉਹਦੇ ਵਾਸਤੇ ਸਰਕਾਰ ਨੇ ਜੁਰਮਾਨਾ ਵੀ ਮੁਕਰਰ ਕੀਤਾ ਹੈਗਾ, ਜਿਹੜੇ ਕਿ ਜਿਸ ਤਰ੍ਹਾਂ ਕਿ ਕੋਈ ਮਾਸਕ ਵਗੈਰਾ ਨਹੀਂ ਪਾਉਂਦਾ
ਤਾਂ ਉਹਦਾ 500 ਰੁਪਏ ਜੁਰਮਾਨਾ ਸਰਕਾਰ ਨੇ ਮੁਕਰਰ ਕੀਤਾ ਹੈ। ਹੋਮ ਕੁਆਰੰਟਾਈਨ ਜਿਹੜੇ ਬੰਦਿਆਂ ਨੂੰ ਕੀਤਾ ਜਾਂਦਾ ਹੈ, ਉਹਨਾਂ ਨੂੰ ਜੇਕਰ ਉਹ ਨਹੀਂ ਹੋਮ ਕੁਆਰੰਟਾਈਨ ਰਹਿੰਦਾ, ਬਾਹਰ ਅੰਦਰ ਤੁਰੇ ਫਿਰਦੇ ਆ, ਤਾਂ ਉਹ 2000 ਰੁਪਏ ਜੁਰਮਾਨਾ ਉਹਨਾਂ ਨੂੰ। ਸੋਸ਼ਲ ਡਿਸਟੈਂਸਿੰਗ ਨਹੀਂ ਮੇਨਟੇਨ ਕਰਦਾ ਬੰਦਾ, ਤਾਂ ਉੱਥੇ ਵੀ 2000 ਰੁਪਏ ਜੁਰਮਾਨਾ। ਫਿਰ ਜਿਹੜੇ ਵਹੀਕਲਸ ਦੇ ਵਿੱਚ ਜਿਹੜੇ ਸੋਸ਼ਲ ਡਿਸਟੈਂਸਿੰਗ ਨਹੀਂ ਮੇਨਟੇਨ ਕਰਦੇ, ਤੇ ਬੱਸਾਂ ਦੇ ਵਿੱਚ 3000 ਰੁਪਏ ਦਾ ਹੈਗਾ, ਕਾਰਾਂ ਦੇ ਵਿੱਚ 2000 ਰੁਪਏ ਦਾ ਜੁਰਮਾਨਾ ਹੈ, ਆਟੋ ਰਿਕਸ਼ਾ 2 ਵੀਲਰ ਜਿਹੜੇ ਹੈਗੇ ਆ ਉੱਥੇ 500 ਰੁਪਏ ਦਾ ਜੁਰਮਾਨਾ ਹੈ। ਜੇ ਕੋਈ ਬੰਦਾ ਪਬਲਿਕ ਪਲੇਸਿਸ 'ਤੇ ਥੁੱਕਦਾ ਹੈ, ਉਹਦਾ 500 ਰੁਪਏ ਜੁਰਮਾਨਾ। ਸੋ ਇਸ ਤਰ੍ਹਾਂ ਕਰਕੇ ਸਰਕਾਰ ਦੀਆਂ ਰੀਸੈਂਟ ਹਦਾਇਤਾਂ ਆਈਆਂ, ਉਹ ਲੈਟਰ ਵੀ ਤੁਹਾਨੂੰ ਅਸੀਂ ਸਰਕੂਲੇਟ ਕਰ ਦਾਂਗੇ। ਪਿਛਲੇ ਮਹੀਨੇ 29 ਤਰੀਕ ਦੀਆਂ ਇੰਸਟਰਕਸ਼ਨਸ ਆਈਆਂ, ਉਹਦੇ ਵਿੱਚ ਸਾਰੇ ਜੁਰਮਾਨਿਆਂ ਦੇ ਬਾਰੇ ਜ਼ਿਕਰ ਕੀਤਾ ਗਿਆ। ਔਰ ਇਹਦੇ 'ਚ BDOs, ਤਹਿਸੀਲਦਾਰ, ਨੈਬਸੀਲਦਾਰ ਵਗੈਰਾ ਇਹ ਚਲਾਨ ਕੱਟ ਸਕਦੇ ਆ, ਪੁਲਿਸ ਆਫੀਸਰ ਵੀ ਕੱਟ ਸਕਦੇ, ਨਾਟ ਬਿਲੋ ਦੀ ਰੈਂਕ ਆਫ ASI। ਸੋ ਅਸੀਂ ਉਹਨਾਂ ਨੂੰ ਚਲਾਨ ਬੁੱਕਸ ਵੀ ਦੇ ਦਿੱਤੀਆਂ ਹੈਗੀਆਂ। ਤੋ ਇਹ ਸਾਰਾ ਚਲਾਨ ਵਗੈਰਾ ਦੀ ਕਾਰਵਾਈ ਹੈ ਇਹ ਡਿਪਾਰਟਮੈਂਟਸ ਕਰਨਗੇ, ਤਾਂ ਕਿ ਬੇਸਿਕ ਆਈਡੀਆ ਇਹ ਹੈਗਾ ਵੀ ਜਿਹੜਾ ਬੇਸਿਕ ਇੰਸਟਰਕਸ਼ਨਸ ਜਿਹੜੀਆਂ ਹੈਗੀਆਂ ਸਰਕਾਰ ਦੀਆਂ ਉਹ ਇੰਪਲੀਮੈਂਟ ਹੋਣ, ਤਾਂ ਕਿ ਲੋਕਾਂ ਨੂੰ ਥੋੜ੍ਹਾ ਜਿਹਾ ਇਹ ਮਹਿਸੂਸ ਹੋਵੇ ਵੀ ਜੇ ਇੰਸਟਰਕਸ਼ਨਸ ਨਹੀਂ ਫੋਲੋ ਕਰਨਗੇ ਤਾਂ ਉਹਨਾਂ ਨੂੰ ਜੁਰਮਾਨਾ ਹੋ ਸਕਦਾ ਹੈ। ਸੋ ਇਹ ਹਦਾਇਤਾਂ ਸਰਕਾਰ ਵੱਲੋਂ ਇਸ ਕਰਕੇ ਬਣਾਈਆਂ ਗਈਆਂ। ਸੋ ਇਹ ਚੀਜ਼ਾਂ ਬੜੀਆਂ ਜ਼ਰੂਰੀ ਨੇ। ਇਸ ਤੋਂ ਇਲਾਵਾ ਕੋਵਾ ਐਪ 'ਚ ਰਜਿਸਟਰ ਕਰਾਉਣਾ ਵੀ ਬੜਾ ਜ਼ਰੂਰੀ ਹੈ। ਜਿੰਨੇ ਵੀ ਸਾਡੇ ਕੋਲ ਮਾਈਗ੍ਰੈਂਟਸ ਆਉਂਦੇ ਆ, ਬਾਹਰੋਂ ਆਉਂਦੇ ਆ, ਜਾਂ ਅਦਰਵਾਈਜ਼ ਵੀ ਅਸੀਂ ਲੋਕਲੀ ਵੀ ਸਾਰੇ ਆਫਿਸਰਸ ਨੂੰ, ਸਾਰੇ ਡਿਪਾਰਟਮੈਂਟਸ ਨੂੰ, ਪਬਲਿਕ ਨੂੰ ਇਹੀ ਰਿਕੁਐਸਟ ਕਰਾਂਗੇ ਆਪ ਜੀ ਆਪ ਨੂੰ ਕੋਵਾ ਐਪ 'ਚ ਰਜਿਸਟਰ ਕਰਨ। ਇਸ ਦੀ ਸਾਰੀਆਂ ਚੀਜ਼ਾਂ ਦੀ ਵਾਈਡ ਪਬਲਿਸਿਟੀ ਵਾਸਤੇ ਅਸੀਂ ਤੁਹਾਨੂੰ ਰਿਕੁਐਸਟ ਕਰਦੇ ਹਾਂ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਅਸੀਂ ਇਸ ਜੋ ਚੀਜ਼ਾਂ ਆਪਾਂ ਦੇਖ ਰਹੇ ਹਾਂ ਆਪਣੇ ਹਿੰਦੁਸਤਾਨ ਦੇ ਵਿੱਚ ਜਾਂ ਹੋਰ ਕੰਟਰੀਜ਼ ਦੇ ਵਿੱਚ, ਆਉਣ ਵਾਲੇ 5-4 ਮਹੀਨਿਆਂ ਦੇ ਵਿੱਚ ਹੋ ਸਕਦਾ ਪਰਮਾਤਮਾ ਨਾ ਕਰੇ ਕਰੋਨਾ ਵੱਧ ਜਾਵੇ, ਹੋਰਾਂ ਇਲਾਕਿਆਂ 'ਚ ਵੱਧ ਜਾਵੇ, ਕਿਤੇ ਆਪਣੇ ਇਲਾਕੇ 'ਚ ਨਾ ਆ ਜਾਵੇ। ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਵਾਰ-ਵਾਰ ਇਹੀ ਰਿਕੁਐਸਟ ਕਰ ਰਹੇ ਹਾਂ ਵੀ ਆਪਾਂ ਇਸ ਕਰੋਨਾ ਦੇ ਵਾਇਰਸ ਤੋਂ ਬਚਣ ਵਾਸਤੇ ਆਪਾਂ ਸੁਚੇਤ ਰਹੀਏ, ਹਰ ਵਕਤ ਸੁਚੇਤ ਰਹੀਏ। ਆਪਾਂ ਇਹਦੇ 'ਚ ਮੈਂ ਇਹ ਗੱਲ ਕਹੂੰਗਾ ਕਿ ਇਹ ਕਿਸੇ ਇੱਕ ਬੰਦੇ ਦੀ ਲੜਾਈ ਨਹੀਂ ਹੈ, ਇਹ ਸਾਰਿਆਂ ਦੀ ਸਾਂਝੀ ਲੜਾਈ ਹੈ ਕਰੋਨਾ ਦੇ ਖਿਲਾਫ। ਐਡਮਿਨਿਸਟ੍ਰੇਸ਼ਨ ਦੀ ਵੀ ਲੜਾਈ ਹੈ, ਪਬਲਿਕ ਦੀ ਵੀ ਲੜਾਈ ਹੈ, ਡਾਕਟਰਾਂ ਦੀ ਵੀ ਲੜਾਈ ਹੈ, ਸਭ ਦੀ ਲੜਾਈ ਹੈ, ਆਪਣੇ ਸਾਰਿਆਂ ਦੀ ਲੜਾਈ ਹੈ। ਔਰ ਰਲ ਮਿਲ ਕੇ ਇਸ ਲੜਾਈ ਨੂੰ ਲੜਨ ਦੀ ਲੋੜ ਹੈ। ਆਪਾਂ ਇੱਕ ਦੂਜੇ ਦਾ ਸਾਥ ਦਈਏ, ਆਪਾਂ ਇੱਕ ਦੂਜੇ ਦਾ ਖਿਆਲ ਰੱਖੀਏ, ਆਪ ਦਾ ਵੀ ਖਿਆਲ ਰੱਖੀਏ, ਅਤੇ ਸਮੂਹ ਇਲਾਕਾ ਨਿਵਾਸੀਆਂ ਦਾ ਵੀ ਇਸ ਦੇ ਨਾਲ ਆਪਾਂ ਖਿਆਲ ਰੱਖੀਏ। ਜ਼ਿੰਮੇਵਾਰੀ ਪੂਰੀ ਨਿਭਾਈਏ। ਕੋਈ ਹੋ ਸਕਦਾ ਬੱਚੇ ਗਲਤੀ ਕਰ ਜਾਣ ਤਾਂ ਆਪਾਂ ਇਮੀਡੀਏਟਲੀ ਉਹਨੂੰ ਚੈੱਕ ਕਰੀਏ। ਹਰੇਕ ਬੱਚੇ ਨੂੰ, ਹਰੇਕ ਇਲਾਕਾ ਨਿਵਾਸੀ ਨੂੰ ਆਪ ਦਾ ਭਰਾ ਸਮਝਦੇ ਹੋਏ, ਭੈਣ ਭਰਾ ਸਮਝਦੇ ਹੋਏ ਆਪਾਂ ਉਹਨੂੰ ਗਾਈਡ ਵੀ ਕਰ ਦਈਏ ਤੁਰਦੇ ਫਿਰਦੇ। ਜੇ ਬੰਦਾ ਕੋਈ ਗਲਤੀ ਕਰਦਾ ਜਾਂ ਕਿਸੇ ਦਾ ਮਾਸਕ ਨਹੀਂ ਵੀ ਪਾਇਆ ਤਾਂ ਆਪਾਂ ਤੁਰਦੇ ਫਿਰਦੇ ਉਹਨੂੰ ਕਾਈਂਡਲੀ ਗਾਈਡ ਵੀ ਆਪਾਂ ਕਰੀਏ, ਹੈ ਨਾ। ਸੋ ਇਹ ਚੀਜ਼ਾਂ ਬੜੀਆਂ ਜ਼ਰੂਰੀ ਨੇ। ਮੈਂ ਖਾਸ ਤੌਰ 'ਤੇ ਅੱਜ ਦੀ ਇਹ ਜਿਹੜੀ ਮੀਟਿੰਗ ਤੁਹਾਡੇ ਨਾਲ ਕਰ ਰਿਹਾ, ਵੀਡੀਓ ਕਾਨਫਰੰਸਿੰਗ ਕਰ ਰਿਹਾ, ਤੁਸੀਂ ਮੇਰੇ ਕੋਲ ਬੈਠੇ ਹੋ, ਤੁਹਾਡੇ ਨਾਲ ਡਿਸਕਸ ਕਰ ਰਹੇ ਹਾਂ, ਉਹ ਮੇਰਾ ਖਾਸ ਮਕਸਦ ਇਹ ਹੈ ਵੀ ਆਉਣ ਵਾਲੇ 5-4 ਮਹੀਨਿਆਂ ਵਾਸਤੇ ਆਪਾਂ ਨੂੰ ਪੂਰਨ ਤੌਰ 'ਤੇ ਸੁਚੇਤ ਰਹਿਣ ਦੀ ਲੋੜ ਹੈ। ਕਿਉਂਕਿ ਹੁਣ ਆਪਾਂ ਪਹਿਲੇ 2-2.5 ਮਹੀਨਿਆਂ ਦੇ ਮੁਕਾਬਲੇ ਦੇ ਵਿੱਚ ਹੁਣ ਆਪਾਂ ਰੈਗੂਲਰਲੀ ਬਾਹਰ ਅੰਦਰ ਜਾਣ ਲੱਗ ਪਏ ਹਾਂ। ਪਿਛਲੇ 2-2.5 ਮਹੀਨੇ ਆਪਾਂ ਕਰਫਿਊ ਪੀਰੀਅਡ 'ਚ ਸੀਗੇ, ਆਪਾਂ ਬੜੇ ਲਿਮਟਿਡ ਆਪਣੇ ਦਾਇਰੇ 'ਚ ਆਪਾਂ ਘੁੰਮਦੇ ਸੀਗੇ ਆਪਦੇ ਕਾਰੋਬਾਰ ਦੇ ਸੰਬੰਧ 'ਚ, ਉਹ ਵੀ ਐਸੈਂਸ਼ੀਅਲ ਕਮੋਡਿਟੀ ਜਿਹੜੀ ਮੈਂ ਤੁਹਾਨੂੰ ਦੱਸੀ ਗੱਲ, ਉਸ ਦੇ ਸੰਬੰਧ 'ਚ। ਸੋ ਹੁਣ ਕਿਉਂਕਿ ਆਫਿਸਸ ਵੀ ਅੱਗੇ ਨਾਲੋਂ ਸਟਾਫ ਵੱਧ ਰਿਹਾ, ਆਫਿਸਸ ਦੇ ਵਿੱਚ ਵੀ ਕਾਰੋਬਾਰ ਵੀ ਸਾਰੇ ਖੁੱਲ੍ਹ ਗਏ ਆ। ਸੋ ਆਪਾਂ ਨੂੰ ਇਹ ਬਹੁਤ ਸਖਤ ਇਸ ਬਾਰੇ ਸੋਚਣ ਦੀ ਲੋੜ ਹੈ, ਵਿਚਾਰ ਕਰਨ ਦੀ ਲੋੜ ਆ, ਔਰ ਇਸ 'ਤੇ ਅਮਲ ਕਰਨ ਦੀ ਲੋੜ ਹੈ ਕਿ ਆਪਾਂ ਇਸ ਚੀਜ਼ ਦਾ ਖਾਸ ਖਿਆਲ ਰੱਖੀਏ। ਆਪਾਂ ਆਪ ਵੀ ਕਰੋਨਾ ਤੋਂ ਬਚੀਏ, ਤੋਂ ਬਾਕੀ ਇਲਾਕਾ ਨਿਵਾਸੀਆਂ ਨੂੰ ਵੀ ਕਰੋਨਾ ਤੋਂ ਬਚਾ ਕੇ ਰੱਖੀਏ। ਇਹ ਕਿਸੇ ਇਕੱਲੇ ਦੀ ਲੜਾਈ ਨਹੀਂ ਹੈ, ਇਹ ਸਭ ਦੀ ਸਾਂਝੀ ਲੜਾਈ ਹੈ। ਆਪਾਂ ਇੱਕ ਦੂਜੇ ਦਾ ਸਾਥ ਦਿੰਦੇ ਹੋਏ ਇੱਕ ਦੂਜੇ ਦਾ ਖਿਆਲ ਕਰੀਏ, ਸਭ ਦਾ ਖਿਆਲ ਕਰੀਏ।